ਸਤਿ ਸ਼੍ਰੀ ਅਕਾਲ ਦੋਸਤੋ, ਮਾਨਸਾਪੁਰ ਜੀ ਕੇ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਮੈਥ ਦੀ ਜੋ ਮੌਕ ਟੈਸਟ ਸੀਰੀਜ਼ ਚਲਾਈ ਹੋਈ ਹੈ ਉਹਦੇ ਅਗਲੇ ਸੈਸ਼ਨ ਨੂੰ ਕੰਟੀਨਿਊ ਕਰਾਂਗੇ। ਇਹ ਜਿਹੜੀ ਮੌਕ ਟੈਸਟ ਸੀਰੀਜ਼ ਹੈ ਤੁਹਾਨੂੰ ਆਉਣ ਵਾਲੇ ਪੇਪਰ ਜਿਵੇਂ ਕਿ ਪੰਜਾਬ ਪਟਵਾਰੀ, PAU ਦੇ ਵਿੱਚ ਪਟਵਾਰੀ ਦੀਆਂ ਪੋਸਟਾਂ ਨੇ, ਕੰਪਿਊਟਰ ਕਲਰਕ, ਵਕਫ ਬੋਰਡ, ਵਾਰਡ ਅਟੈਂਡੈਂਟ, ਮਾਸਟਰ ਕੇਡਰ ਦਾ ਐਗਜ਼ਾਮ ਹੈ ਤੇ ਚੰਡੀਗੜ੍ਹ ਡਿਪਾਰਟਮੈਂਟ ਦੇ ਵਿੱਚ ਫੋਰੈਸਟਰ ਤੇ ਫੋਰੈਸਟ ਗਾਰਡ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਨੇ। ਉਹਦਾ ਵੀ ਪੇਪਰ ਦਸੰਬਰ ਦੇ ਵਿੱਚ ਇਹਨਾਂ ਨੇ ਲੈ ਲੈਣਾ ਹੈ। ਤਾਂ ਬਹੁਤ ਇਹ ਸੈਸ਼ਨ ਤੁਹਾਨੂੰ ਕੀ ਹੈ ਜੀ ਸਪੋਰਟ ਕਰੂਗਾ। ਆਪਣੀ ਜਿਹੜੀ ਅਕੈਡਮੀ ਹੈ ਉਹ ਮਾਨਸਾ ਦੇ ਵਿੱਚ ਕੀ ਹੈ ਜੀ ਪ੍ਰੋਪਰਲੀ ਵਰਕ ਕਰ ਰਹੀ ਹੈ। ਤਾਂ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰਨਾ ਨਾ ਭੁੱਲਿਓ। ਚੱਲਦੇ ਹਾਂ ਪਹਿਲੇ ਕੁਐਸਚਨ ਦੇ ਵੱਲ। The average height of 25 boys is 1.4 meter. When 5 boys leave the group, then the average height increases by 0.15 meter. What is the average height of 5 boys who leave? देखो जी 25 ਬੱਚੇ ਸੀਗੇ ਜੀ, ਉਹਨਾਂ ਦੀ ਜਿਹੜੀ ਹਾਈਟ ਸੀਗੀ ਉਹ ਕਿੰਨੀ ਸੀਗੀ 1.4। ਠੀਕ ਹੈ, ਤਾਂ ਟੋਟਲ ਹਾਈਟ ਕਿੰਨੀ ਹੋ ਗਈ ਜੀ, ਉਹ ਹੋ ਗਈ 25 ਗੁਣਾ 1.4। ਠੀਕ ਹੈ ਜੀ, ਤਾਂ ਉਹਦੇ ਵਿੱਚੋਂ 5 ਬੱਚੇ ਜਿਹੜੇ ਉਹ ਲੀਵ ਕਰ ਜਾਂਦੇ ਆ, ਮਤਲਬ ਕਿੰਨੇ ਬੱਚੇ ਰਹਿ ਜਾਂਦੇ ਆ ਜੀ 20 ਬੱਚੇ ਰਹਿ ਜਾਂਦੇ ਆ, ਜਿਨ੍ਹਾਂ ਦੀ ਐਵਰੇਜ ਹਾਈਟ ਕੀ ਹੋ ਜਾਂਦੀ ਹੈ ਵੱਧ ਜਾਂਦੀ ਹੈ। ਕਿੰਨੀ 0.15 ਮੀਟਰ। ਤਾਂ ਪਹਿਲਾਂ ਕਿੰਨੀ ਸੀ 1.4, ਵੱਧ ਕਿੰਨੀ ਗਈ ਜੀ 0.15, ਤਾਂ ਕਿੰਨੀ ਹੋ ਗਈ ਜੀ 1.55। ਤਾਂ 20 ਬੱਚਿਆਂ ਦੀ ਕਿੰਨੀ ਹੋ ਗਈ ਜੀ 1.55। ਠੀਕ ਹੈ ਜੀ, ਆਹ 25 ਦੀ ਐਵਰੇਜ ਆ, ਆਹ 20 ਦੀ ਐਵਰੇਜ ਆ। ਇੰਨੀ ਗੱਲ ਕਲੀਅਰ ਹੈ ਜੀ। ਤਾਂ ਇਹਨੂੰ ਹੁਣ ਸੋਲਵ ਕਰੋ, ਕਿਉਂਕਿ 25 ਦੇ ਵਿੱਚੋਂ ਜਦੋਂ ਕੀ ਹੈ ਜੀ ਤੁਸੀਂ 20 ਬੱਚਿਆਂ ਦੀ ਜਿਹੜੀ ਹਾਈਟ ਆ ਉਹ ਘਟਾ ਦੋਗੇ ਤਾਂ 5 ਦੀ ਰਹਿ ਜੂ। ਓਬਵੀਅਸ ਕਲੀਅਰ ਹੈ ਜੀ। ਤਾਂ 14 ਦਾ 14/10 ਕਰਤਾ ਜੀ, 20 ਗੁਣਾ 155। ਪੁਆਇੰਟ ਦੇ ਪਿੱਛੇ 2 ਅੱਖਰ ਸੀ ਤਾਂ ਥੱਲੇ ਕੀ ਲੱਗ ਗਿਆ ਜੀ 100 ਲੱਗ ਗਿਆ। ਸੋਲਵ ਕਰੋ ਜੀ ਇਹਨੂੰ, 20 5 100, 31 5 155। ਇੰਨੀ ਗੱਲ ਕਲੀਅਰ ਹੈ ਜੀ। ਇਹ ਆ ਜੂਗਾ ਜੀ 5 ਦੂਣੀ 10, 7 ਦੂਣੀ 14, 5 5 25 ਹੋ ਜੂਗਾ। ਠੀਕ ਹੈ ਜੀ, 35 ਦੇ ਵਿੱਚੋਂ ਜਦੋਂ 31 ਘਟਾ ਦੋਗੇ ਤਾਂ ਤੁਹਾਡਾ ਕੀ ਆ ਜੂਗਾ ਜੀ 4 ਆ ਜੂਗਾ। ਤਾਂ ਇਹ ਜਿਹੜੀ 4 ਆਈ ਹੈ ਹਾਈਟ ਆਈ ਹੈ ਟੋਟਲ 5 ਬੱਚਿਆਂ ਦੀ ਹੀ ਹੈ, ਬਟ ਆਪਾਂ ਕੀ ਕੱਢਣੀ ਹੈ ਜੀ ਐਵਰੇਜ ਹਾਈਟ ਕੱਢਣੀ ਹੈ। ਤਾਂ ਕੀ ਆ ਜੂਗਾ ਜੀ 4 ਨੂੰ ਜਦੋਂ 5 ਦੇ ਨਾਲ ਕੱਟ ਦੋਗੇ 0.8 ਮੀਟਰ। ਠੀਕ ਹੈ ਜੀ, ਤਾਂ ਇਹ ਜਿਹੜਾ ਆਪਸ਼ਨ ਹੈ ਜੀ ਤੁਹਾਡਾ ਇਹ ਹੈਗਾ ਜੀ A ਆਪਸ਼ਨ, 0.8 ਮੀਟਰ ਇਹਦਾ ਸਹੀ ਆਂਸਰ। The ratio of ages of man and his wife is 4:3. After 4 years, this ratio will be 9:7. If at the time of marriage the ratio was 5:3। देखो जी जमा सिंपल क्वेश्चन है। तो इन्हें पूछा कि जी क्वेश्चन कहता वो किन्ने साल पहला की है मैरिड होए ने। ठीक है, तो देखो पहली गल तो की है जी जो भी प्रैजेंट की गल करूँगा तो आप आई एरो नाल रिप्रजेंट करांगे वो एज नूं। ਜਦੋਂ 4 ਸਾਲ ਪਹਿਲਾਂ ਜਾਂ ਅਗੋ ਦੀ ਜਾਂ ਬਿਫੋਰ ਦੀ ਗੱਲ ਕਰੂਗਾ ਉੱਪਰ ਨੂੰ ਐਰੋ ਲੱਗੂਗਾ, ਜਦੋਂ ਆਪਾਂ ਬਾਅਦ ਦੀ ਗੱਲ ਕਰਾਂਗੇ ਤਾਂ ਉਦੋਂ ਕੀ ਹੋਊਗਾ ਜੀ ਆਫਟਰ ਜਾਂ ਹੈਂਸ ਦਾ ਉਦੋਂ ਥੱਲੇ ਲੱਗੂ। ਠੀਕ ਹੈ, ਤਾਂ ਦੇਖੋ ਜੀ ਕਹਿੰਦਾ ਮੈਨ ਤੇ ਵਾਈਫ ਆ, ਉਹਨਾਂ ਦੀ ਜਿਹੜੀ ਏਜ ਦੀ ਰੇਸ਼ੋ ਆ ਉਹ ਕਿੰਨੀ ਹੈ ਜੀ 4:3 ਹੈ। ਇੰਨੀ ਗੱਲ ਕਲੀਅਰ ਹੈ ਜੀ। ਇਹ ਕਾਹਦੀ ਕਿਹੜੇ ਟਾਈਮ ਦੀ ਰੇਸ਼ੋ ਹੈ ਜੀ ਏਜ ਦੀ ਇਹਨਾਂ ਦੀ ਪ੍ਰੈਜੈਂਟ ਦੀ, ਕਿਉਂਕਿ ਕੁਛ ਵੀ ਨਹੀਂ ਗਿਵਨ ਹੈਗਾ ਤਾਂ ਇਹਦਾ ਮਤਲਬ ਕੀ ਹੁੰਦਾ ਜੀ ਪ੍ਰੈਜੈਂਟ ਦੀ ਗੱਲ ਕਰ ਰਿਹਾ। ਠੀਕ ਹੈ ਜੀ, ਇਹ ਏਜ ਦੀ ਰੇਸ਼ੋ ਦਾ ਅਨੁਪਾਤ ਹੈ। 4 ਸਾਲਾਂ ਬਾਅਦ ਕੀ ਹੈ ਜੀ ਰੇਸ਼ੋ ਹੈ ਜਿਹੜੀ ਉਹ ਕਿੰਨੀ ਹੋ ਜਾਂਦੀ ਹੈ ਜੀ 9:7 ਹੋਏ ਨੇ। ਕਲੀਅਰ ਹੈ ਜੀ। ਤਾਂ ਦੇਖੋ 4 ਤੋਂ 9 ਹੋਏ ਜੀ ਕਿੰਨਾ ਵਾਧਾ ਹੋਇਆ 5 ਦਾ ਵਾਧਾ ਹੋਇਆ, 3 ਤੋਂ 7 ਵਾਧਾ ਹੋਇਆ ਜੀ ਕਿੰਨੇ ਦਾ ਵਾਧਾ ਹੋਇਆ 4 ਦਾ। ਇਹ ਤਾਂ ਮੁਮਕਿਨ ਨਹੀਂ ਹੈਗਾ ਵੀ ਮੈਨ ਹੈ ਜਿਹੜਾ ਉਹ 5 ਸਾਲ ਦਾ ਵਾਧਾ ਹੋ ਜੇ ਤੇ ਵਾਈਫ ਦੀ ਏਜ ਦੇ ਵਿੱਚ 4 ਸਾਲ ਦਾ ਵਾਧਾ ਹੋਵੇ। ਨਹੀਂ ਜੀ, ਜਦੋਂ ਵੀ ਵਧੂਗਾ ਤਾਂ ਬਰਾਬਰ ਵਧਣਗੇ। ਠੀਕ ਹੈ, ਤਾਂ ਆਪਾਂ ਨੂੰ ਕੀ ਕਰਨਾ ਪਊ, ਇਹ ਪਹਿਲਾਂ ਬਰਾਬਰ ਕਰਨੇ ਪੈਣਗੇ। ਤਾਂ 9 ਤੇ 7 ਦੇ ਵਿੱਚ ਡਿਫਰੈਂਸ ਕਿੰਨਾ ਹੈ 2 ਦਾ, ਤਾਂ 2 ਨੂੰ ਦੋਨਾਂ ਨਾਲ ਉੱਪਰ ਮਲਟੀਪਲਾਈ ਕਰੋ, 2 ਚੌਕੇ 8, 2 ਤੀਆ 6। ਕਲੀਅਰ ਹੈ ਜੀ। ਤੇ ਇਹਨਾਂ ਦੇ ਵਿਚਕਾਰ ਕਿੰਨਾ ਡਿਫਰੈਂਸ ਹੈ ਜੀ 1 ਦਾ, ਤਾਂ ਇਹਨੂੰ ਥੱਲੇ ਮਲਟੀਪਲਾਈ ਕਰੋ 9:7। ਕਲੀਅਰ ਹੈ ਜੀ। ਤਾਂ ਹੁਣ ਦੇਖੋ ਜੀ ਇਹਨਾਂ ਦੇ ਵਿੱਚ ਜਿਹੜਾ ਕਹਿੰਦਾ ਉਹ 4 ਸਾਲਾਂ ਬਾਅਦ। ਠੀਕ ਹੈ, ਸਾਡੇ ਅਕੋਰਡਿੰਗ ਕਿੰਨੇ ਦਾ ਵਾਧਾ ਹੋਇਆ 1 ਦਾ, ਉਹਦੇ ਅਕੋਰਡਿੰਗ ਕਿੰਨੇ ਦਾ ਹੋਇਆ ਜੀ 4 ਦਾ। ਇੰਨੀ ਗੱਲ ਕਲੀਅਰ ਹੈ ਜੀ। ਕੰਪੇਅਰ ਕਰਨਾ ਆਉਣਾ ਚਾਹੀਦਾ ਤੁਹਾਨੂੰ। ਤਾਂ ਪ੍ਰੈਜੈਂਟ ਦੀ ਏਜ ਕਿੰਨੀ ਹੈ ਜੀ, ਰੇਸ਼ੋ ਹੈਗੀ ਹੈ 8 ਮੈਨ ਦੀ, ਤਾਂ ਮੈਨ ਹੈ ਕਿੰਨੇ ਦਾ ਜੀ ਐਕਚੁਅਲ ਦੇ ਵਿੱਚ 32 ਤੇ ਵਾਈਫ ਕਿੰਨੇ ਦਾ ਜੀ 24, ਕਿਉਂਕਿ 8 ਨੂੰ ਜਦੋਂ 4 ਨਾਲ ਮਲਟੀਪਲਾਈ ਕਰੋਗੇ 32 ਆ ਜਾਊਗਾ, 6 ਨੂੰ 4 ਨਾਲ ਕਰੋਗੇ ਤਾਂ 24 ਆ ਜਾਊਗਾ। ਇੰਨੀ ਗੱਲ ਕਲੀਅਰ ਹੈ। ਤਾਂ ਮਤਲਬ ਕੀ ਹੈ ਜੀ ਮੈਨ ਹੈ ਜਿਹੜਾ ਐਟ ਪ੍ਰੈਜੈਂਟ ਕਿੰਨਾ ਹੈ 32 ਸਾਲਾਂ ਦਾ ਅਤੇ ਵਾਈਫ ਕਿੰਨੇ ਦੀ ਹੈ 24 ਸਾਲ ਦੀ। ਹੁਣ ਇਹ ਤਾਂ ਹੈ ਨਹੀਂ ਗਾ ਵੀ ਇਹਨਾਂ ਦੀ ਜਿਹੜੀ ਏਜ ਆ ਉਹ
ਸੌਰੀ ਵਿਆਹ ਜਿਹੜਾ ਉਹ ਬਾਅਦ ਦੇ ਵਿੱਚ ਹੋਇਆ ਹੋਊਗਾ, ਠੀਕ ਹੈ। ਤਾਂ ਜਿਹੜਾ ਵਿਆਹ ਹੈਗਾ ਉਹ ਉਹਨਾਂ ਦਾ ਪਹਿਲਾਂ ਸੀਗਾ ਜੀ, ਠੀਕ ਹੈ। ਤਾਂ ਇਹੀ ਕੁਐਸਚਨ ਪੁੱਛਿਆ, ਤਾਂ ਕਿੰਨੇ ਸਾਲ ਪਹਿਲਾਂ ਸੀ ਮੈਨੂੰ ਨਹੀਂ ਪਤਾ, ਮੈਂ ਕਹਤਾ x ਸਾਲ ਪਹਿਲਾਂ ਸੀ। ਦੋਨਾਂ ਦਾ ਇਕੱਠੀ ਹੋਇਆ ਤਾਂ x ਸਾਲ ਕੀ ਹੈ ਜੀ ਪਹਿਲਾਂ ਵਿਆਹ ਹੋਇਆ। ਜਿਹੜੀ ਵਿਆਹ ਦੇ ਟਾਈਮ ਵੇਲੇ ਰੇਸ਼ੋ ਸੀ ਉਹ ਕਿੰਨੀ ਸੀ ਜੀ 5:3। ਕਲੀਅਰ ਹੈ ਜੀ। ਇਹਨੂੰ ਕੰਪੇਅਰ ਕਰਨਾ ਤੁਹਾਨੂੰ ਆਉਣਾ ਚਾਹੀਦਾ, ਠੀਕ ਹੈ। ਜਦੋਂ ਤੁਸੀਂ ਪ੍ਰੈਜੈਂਟ ਏਜ ਕੱਢ ਲਈ 32 ਅਤੇ 24, ਤਾਂ ਉਹਨਾਂ ਦੀ ਮੈਰਿਜ ਏਜ ਪੁੱਛੀ ਹੈ, ਅਤੇ ਮੈਰਿਜ ਏਜ ਦੀ ਉਹਨਾਂ ਨੇ ਕੀ ਦੇ ਰੱਖੀ ਹੈ ਜੀ, ਉਹਨਾਂ ਨੇ ਰੇਸ਼ੋ ਦੇ ਰੱਖੀ ਹੈ। ਕੀ ਪੁੱਛਿਆ ਵੀ ਕਿੰਨੇ ਸਾਲ ਪਹਿਲਾਂ ਉਹਨਾਂ ਦੀ ਮੈਰਿਜ ਹੋਈ, ਅਸੀਂ ਕਿਹਾ ਜੀ x ਸਾਲ ਪਹਿਲਾਂ ਹੋਈ, ਠੀਕ ਹੈ। ਕੁਛ ਵੀ ਆ ਸਕਦਾ ਇੱਥੇ, 8 ਵੀ ਆ ਸਕਦਾ ਹੈ, 10 ਵੀ ਆ ਸਕਦਾ, 12 ਵੀ ਆ ਸਕਦਾ, 15 ਵੀ, ਸਾਨੂੰ ਨਹੀਂ ਪਤਾ, ਠੀਕ ਹੈ। ਤਾਂ ਅਸੀਂ ਕੀ ਕੀਤਾ ਜੀ ਕ੍ਰੋਸ ਮਲਟੀਪਲਾਈ ਕੀਤਾ। 32 ਤੀਆ ਕਿੰਨੇ ਹੁੰਦੇ ਆ ਜੀ 96 ਮਾਈਨਸ 3x 120 ਮਾਈਨਸ 5x, ਠੀਕ ਹੈ। ਤਾਂ ਜਦੋਂ ਸੋਲਵ ਕਰੋਗੇ ਇਹਨੂੰ ਤਾਂ ਇਹ ਰਹਿ ਜੂਗਾ ਜੀ 96 ਦੇ ਵਿੱਚੋਂ 120 ਕੱਟਣਗੇ 24, ਤਾਂ ਇਹਦੇ ਕਿੰਨੇ ਰਹਿ ਜਾਣਗੇ ਜੀ 2x। x ਬਰਾਬਰ ਕਿੰਨਾ ਆ ਜੂਗਾ ਜੀ ਤੁਹਾਡਾ 12। ਤਾਂ 12 ਸਾਲ ਪਹਿਲਾਂ ਇਹਨਾਂ ਦੀ ਕੀ ਹੈ ਜੀ ਮੈਰਿਜ ਹੈ ਜਿਹੜੀ ਉਹ ਹੋਈ ਹੈ। ਕਲੀਅਰ ਹੈ ਜੀ। ਜਦੋਂ ਤੁਸੀਂ ਇੱਥੋਂ ਤੱਕ ਕੱਢ ਲਿਆ ਤਾਂ ਇਦੋਂ ਬਾਅਦ ਤਾਂ ਤੁਹਾਨੂੰ ਪਤਾ ਹੀ ਹੈ ਵੀ ਜਿਹੜੀ ਉਹਨਾਂ ਦੀ ਕੀ ਹੈ ਜੀ ਐਟ ਪ੍ਰੈਜੈਂਟ ਏਜ ਕਿੰਨੀ ਹੈ 32 ਸਾਲ ਹੈ, ਵਾਈਫ ਦੀ ਕਿੰਨੀ ਹੈ 24 ਸਾਲ। ਤਾਂ ਕੁਛ ਕੁ ਸਾਲ ਪਹਿਲਾਂ ਉਹਨਾਂ ਦੀ ਕੀ ਹੈ ਜੀ ਮੈਰਿਜ ਹੋਈ ਹੋਈ ਹੈ, ਸਾਨੂੰ ਨਹੀਂ ਪਤਾ ਕਿੰਨੇ ਸਾਲ ਪਹਿਲਾਂ ਹੋਈ ਹੈ, ਤਾਂ x ਸਾਲ ਪਹਿਲਾਂ ਹੋਈ ਹੈ ਜੀ, ਠੀਕ ਹੈ। ਤਾਂ ਜਿਹੜੀ ਉਹਨਾਂ ਦੀ ਮੈਰਿਜ ਦੀ ਏਜ ਦੇ ਰੱਖੀ ਸੀ ਉਹਨੇ ਕਿੰਨੀ ਹੈ ਜੀ 5 ਅਤੇ 3, ਠੀਕ ਹੈ। ਤਾਂ ਉਹਦੇ ਨਾਲ ਕੰਪੇਅਰ ਕਰਕੇ ਕ੍ਰੋਸ ਮਲਟੀਪਲਾਈ ਕਰਕੇ x ਦੀ ਅਸੀਂ ਵੈਲਿਊ ਕੱਢੀ, ਠੀਕ ਹੈ ਜੀ। In an election between two candidates, one get 55% of the total valid votes, 20% of votes are invalid if the total number of votes was 7500। ਦੇਖੋ ਜੀ, ਤਾਂ ਇਹਨੇ ਟੋਟਲ ਵੋਟਸ ਦੇ ਰੱਖੀਆਂ ਜੀ ਕਿੰਨੀਆਂ ਨੇ 7500 ਵੋਟਾਂ ਜਿਹੜੀਆਂ ਉਹ ਇਲੈਕਸ਼ਨ ਦੇ ਵਿੱਚ ਪਈਆਂ। ਤੁਸੀਂ ਹੁਣ ਨੋਰਮਲੀ ਸੋਚੋ ਐਗਜ਼ਾਮਪਲ ਦੇ ਤੌਰ 'ਤੇ ਕੋਈ ਇਲੈਕਸ਼ਨ ਹੈ ਜੀ, ਉਹਦੇ ਵਿੱਚ ਮੰਨ ਲਓ 2 ਕੈਂਡੀਡੇਟ ਖੜੇ ਹੋਏ ਨੇ, ਠੀਕ ਹੈ ਜੀ। ਤਾਂ 7500 ਟੋਟਲ ਵੋਟਾਂ ਪਈਆਂ, ਠੀਕ ਹੈ। ਜਿਨ੍ਹਾਂ ਦੇ ਵਿੱਚੋਂ ਆਹ ਗੱਲ ਨੂੰ ਧਿਆਨ ਦੇ ਨਾਲ ਸਮਝੋ 20% ਵੋਟਾਂ ਨੇ ਜਿਹੜੀਆਂ ਉਹ ਇਨਵੈਲਿਡ ਕਰਤੀਆਂ, ਖਾਰਜ ਕਰਤੀਆਂ, ਠੀਕ ਹੈ। ਤਾਂ ਟੋਟਲ ਵੋਟਾਂ ਦੇ ਵਿੱਚ ਕੀ ਹੈ ਜੀ ਦੋਨੇ ਵੋਟਾਂ ਨੇ ਕਿਹੜੀਆਂ ਕਿਹੜੀਆਂ ਵੈਲਿਡ ਵੋਟਾਂ ਨੇ ਅਤੇ ਇਨਵੈਲਿਡ ਨੇ, ਠੀਕ ਹੈ। ਪਰ ਉਹਨੇ ਜਿਹੜਾ ਸਾਨੂੰ ਜਵਾਬ ਮੰਗਿਆ ਉਹ ਵੈਲਿਡ ਵੋਟਾਂ ਦਾ ਮੰਗਿਆ, ਠੀਕ ਹੈ ਜੀ। 20% ਵੋਟਾਂ ਕੀ ਨੇ ਜੀ ਇਹਦੇ ਵਿੱਚ ਇਨਵੈਲਿਡ ਨੇ, ਤਾਂ 7500। ਤਾਂ ਵੈਲਿਡ ਵੋਟਾਂ ਚਾਹੀਦੀਆਂ ਆਪਾਂ, ਚਾਹੇ ਤਾਂ 20% ਕੱਢ ਕੇ ਕੱਢ ਲਓ ਜੀ ਤੁਸੀਂ, 7500 ਦਾ 20% ਕੱਢ ਲਓਗੇ ਤਾਂ 1500 ਆ ਜਾਊਗਾ, ਠੀਕ ਹੈ। ਅਤੇ ਉਹ 7500 ਚੋਂ ਸਬਟਰੈਕਟ ਹੋ ਜੂ। ਜੇ ਤੁਸੀਂ ਸਬਟਰੈਕਟ ਵਾਲੇ ਚੱਕਰ 'ਚ ਨਹੀਂ ਪੈਣਾ ਤਾਂ ਸਿੱਧਾ 80 ਕਰ ਦਿਓ, ਮਤਲਬ 80% ਤਾਂ ਵੈਲਿਡ ਹੈਗੀਆਂ ਨੇ। ਤਾਂ ਇਹ ਕਿੰਨਾ ਹੋ ਗਿਆ ਜੀ 75 8 8 5 40 856 6000 ਕੀ ਹੈ ਜੀ ਟੋਟਲ ਵੈਲਿਡ ਵੋਟਸ ਨੇ। ਟੋਟਲ ਵੈਲਿਡ ਵੋਟਸ ਕਿੰਨੀਆਂ ਨੇ 6000 ਨੇ, ਠੀਕ ਹੈ। ਤਾਂ ਵੈਲਿਡ ਵੋਟਾਂ ਦੇ ਵਿੱਚੋਂ 55% ਵੋਟਾਂ ਕਿਹਨੂੰ ਪਈਆਂ ਜੀ ਕਿਸੇ ਜਿੱਤੇ ਹੋਏ ਕੈਂਡੀਡੇਟ ਨੂੰ ਪਈਆਂ, ਠੀਕ ਹੈ। ਬਾਕੀ ਜਿਹੜੀਆਂ ਰਹਿੰਦੀਆਂ ਵੋਟਾਂ ਸੀ 45%, 100% ਕੰਪਲੀਟ ਹੁੰਦਾ ਤਾਂ 45% ਕਿਹਨੂੰ ਪਈਆਂ ਜੀ ਹਾਰੇ ਹੋਏ ਕੈਂਡੀਡੇਟ ਨੂੰ ਪਈਆਂ। ਕਲੀਅਰ ਹੈ ਜੀ। ਦਾ ਨੰਬਰ ਆਫ ਕੁਐਸਚਨ ਕੀ ਪੁੱਛਿਆ ਜੀ ਦਾ ਨੰਬਰ ਆਫ ਵੈਲਿਡ ਵੋਟਸ ਦੈਟ ਦਾ ਅਦਰ ਕੈਂਡੀਡੇਟ ਗॉट, ਮਤਲਬ ਅਦਰ ਕੈਂਡੀਡੇਟ ਨੂੰ ਕਿੰਨੀਆਂ ਵੋਟਾਂ ਪਈਆਂ, ਅਦਰ ਕੈਂਡੀਡੇਟ ਮਤਲਬ ਹਾਰੇ ਹੋਏ ਕੈਂਡੀਡੇਟ ਨੂੰ। ਤਾਂ 6000 ਦੇ ਵਿੱਚੋਂ ਟੋਟਲ 45/100 ਕਰੋਗੇ, ਜਦੋਂ 45% ਕੱਢੋਗੇ ਤਾਂ ਤੁਹਾਡਾ ਕੀ ਆ ਜਾਊਗਾ 6 5 30 6 4 24 ਅਤੇ 3 27। ਤਾਂ 2700 ਵੋਟਾਂ ਨੇ ਜਿਹੜੀਆਂ ਉਹ ਅਦਰ ਕੈਂਡੀਡੇਟ ਨੂੰ ਪਈਆਂ। ਜੇ ਪੁੱਛ ਲੈਂਦਾ ਏ ਕੈਂਡੀਡੇਟ ਨੂੰ ਕਿੰਨੀਆਂ ਪਈਆਂ ਜਾਂ ਜਿੱਤੇ ਹੋਏ ਕੈਂਡੀਡੇਟ ਨੂੰ ਕਿੰਨੀਆਂ ਪਈਆਂ ਜੀ, ਤਾਂ ਉਹ 3300 ਪਈਆਂ। ਇੰਨੀ ਗੱਲ ਕਲੀਅਰ ਹੈ ਜੀ। ਤਾਂ ਕੁਛ ਵੀ ਪੁੱਛ ਸਕਦਾ, ਤੁਸੀਂ ਧਿਆਨ ਦੇ ਵਿੱਚ ਰੱਖਣਾ। The percentage profit earned by selling an article for ₹1920 is equal to the percentage loss incurred by selling the same article for ₹1280। ਦੇਖੋ ਜੀ, ਜਦੋਂ ਵੀ ਪ੍ਰੋਫਿਟ ਹੁੰਦਾ ਤੁਸੀਂ ਹਮੇਸ਼ਾ ਆਪਦੀ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਕੀ ਹੈ ਇਸਤੇਮਾਲ ਕਰਕੇ ਦੇਖੋ ਇਹ ਚੀਜ਼ ਨੂੰ। ਜਦੋਂ ਪ੍ਰੋਫਿਟ ਹੁੰਦਾ ਤੁਹਾਡਾ ਕੀ ਹੁੰਦਾ ਜੀ ਸੈਲਿੰਗ ਪ੍ਰਾਈਸ ਹੈ ਜਿਹੜਾ ਉਹ ਵੱਡਾ ਹੁੰਦਾ ਕਿਹਦੇ ਨਾਲੋਂ ਕੋਸਟ ਪ੍ਰਾਈਸ ਨਾਲੋਂ। ਮਤਲਬ ਤੁਸੀਂ ਕੋਈ ਚੀਜ਼ ਲਈ ਜੀ 100 ਦੀ, ਠੀਕ ਹੈ, 100 ਦੀ ਲਈ, ਠੀਕ ਹੈ, ਉਹ 120 ਦੀ ਵੇਚ ਲਈ। ਕਲੀਅਰ ਹੈ ਜੀ। ਤਾਂ ਤੁਹਾਨੂੰ ਕੀ ਹੋਇਆ ਜੀ ਪਹਿਲੀ ਗੱਲ ਤਾਂ ਪ੍ਰੋਫਿਟ ਹੋਇਆ, ਠੀਕ ਹੈ। 100 ਦੀ ਲਈ ਅਤੇ ਵੇਚੀ ਕਿੰਨੇ ਦੀ 120 ਦੀ। 100 ਕੋਸਟ ਪ੍ਰਾਈਸ ਸੀ, ਸੈਲਿੰਗ ਪ੍ਰਾਈਸ ਕਿੰਨਾ ਸੀ 120। ਤਾਂ ਹੋਇਆ ਨਾ ਜੀ ਸੈਲਿੰਗ ਪ੍ਰਾਈਸ ਵੱਡਾ। ਅਤੇ ਲੋਸ ਵੇਲੇ ਕੀ ਹੋਊਗਾ ਜੀ ਤੁਹਾਡਾ, ਲੋਸ ਵੇਲੇ ਸਾਡਾ ਕੋਸਟ ਪ੍ਰਾਈਸ ਵੱਡਾ ਹੋਊਗਾ ਅਤੇ ਸੈਲਿੰਗ ਪ੍ਰਾਈਸ ਛੋਟਾ ਹੋਊਗਾ, ਠੀਕ ਹੈ ਜੀ। ਇੰਨੀ ਗੱਲ ਕਲੀਅਰ ਹੈ। ਤਾਂ ਇਹਦੇ 'ਤੇ ਆਧਾਰਿਤ ਹੀ ਇਹ ਕੁਐਸਚਨ ਹੈ। ਜਿੰਨੇ ਕੁ ਵੀ ਇਹਦੇ ਨਾਲ ਦੇ ਤੁਹਾਨੂੰ ਕੁਐਸਚਨ ਮਿਲਣਗੇ ਤਾਂ ਸਿਰਫ ਅਤੇ ਸਿਰਫ ਇਹੀ ਮੈਥਡ ਦੇ ਨਾਲ ਸਿੰਪਲੀ ਈਜ਼ੀ ਹੋ ਜਾਣਗੇ, ਠੀਕ ਹੈ। ਕੋਈ ਟ੍ਰਿਕ ਨਹੀਂ ਯੂਜ਼ ਕਰਨੀ, ਠੀਕ ਹੈ।
ट्रिक याद करन दे नालों तुसीं की है बेसिक नूं क्लीयर करो। ठीक है जी। तो पहली शर्त ते की होया जी उन्होंने प्रॉफिट अर्नड होया जी कितना सैलिंग एन आर्टिकल फॉर ₹1920। देखो जी 1920 का उन्हें बेचा होया की है जी प्रॉफिट, तो मतलब कॉस्ट प्राइस क्या होगा जी छोटा होगा। ठीक है, कॉस्ट प्राइस सानू पता नहीं, तो पहली क्वेश्चन ये बनी जी इज़ इक्वल टू, आप कहता हाँ जी इज़ इक्वल टू द परसेंटेज लॉस। दूजी शर्त की होया जी उन्होंने लॉस होया इंकर्ड बाय सैलिंग द सेम आर्टिकल फॉर 1280। ठीक है, तो दूजे वेले जी लॉस होया तो लॉस च कॉस्ट प्राइस वड्डा सैलिंग प्राइस छोटा, किन्ने दा 1280। ठीक है जी, इंग्लिश वाले एक पासे कर लो, बिना इंग्लिश वाले एक पासे कर लो जी। 2CP CP की जगह तो एक्स भी मन सकते सी, वाई भी मन सकते, कुछ मर्जी मान लो। ठीक है जी, सोडे ते डिपेंडेंट है। 1280 प्लस 1920। ठीक है, ये सॉल्व करोगे तो तुम कितना आ जाऊगा जी, ये 0 10 12 32, तो CP कितना आ गया जी 1600 रुपये आ गया। इतों तक क्लीयर है जी। ठीक है, तो उस बाद कहता जी वो वट प्राइज शुड जी ये वैल्यू आई है CP की आई है आर्टिकल बी सोल्ड टू मेक 25% प्रॉफिट। इस तो बाद की करना है जी असी इनू बेचना है किन्ने परसेंट ते 25% का लाभ लैके प्रॉफिट लैके, तो 1600 ते 125% मतलब 100 तो उत्ते बाबा जी 25% की है जी लाभ लैना। तो 125 गुणा 16 करोगे जो 125 पहला की कर लो जी 10 ना कर लो 1250 आ गया। ठीक है, 100 ਨੂੰ 600 ना कर लो। ठीक है जी, 6 ना करोगे फिर की करना जी 25 ਛਿਕਾ 150। ठीक है, 12 6 18 19 ਤੇ ਤੁਹਾਡਾ 2। ठीक है, 2000 है जोड़ा ये ए ऑप्शन इसका सही आंसर है। ठीक है जी, आस करदा भी तुहानूं समझ आ गया होगा, जेकर नहीं समझ आया तो एक बार की है जी रिपीट करके इनू देख सकते हो। द साइड्स ऑफ ट्रायंगल आर इन द रेशो 1:2 1:3 1/4 एंड इट्स पैरामीटर। ठीक है जी, देखो पहली गल तो की है कोई भी ट्रायंगल आ, ठीक है जी, ट्रायंगल दी 3 साइडां होंदियां ने। ठीक है, एक साइड की है जी 1/2 आ, दूजी कितनी है जी 1/3 आ, तीजी की है जी 1/4 है। ठीक है, तो वह सारे का पैरामीटर कितना दिता हुआ, पैरामीटर की होंगे जी बेसिकली सारा की है जी ओवरऑल तुसी जो भी किसी चीज़ को कंप्लीट करना है, तुर के कंप्लीट करना या ठीक है भज के कंप्लीट करना, वो की है जी आ देखो ट्रायंगल के आले दुआले की है जी घूमना है की है जी इसका पैरामीटर है। ठीक है, आप पैरामीटर है जोड़ा इन्हें साइडां दे रखिया ने जी। ठीक है, पैरामीटर बेसिकली होंगे की है जी तिने साइडों का जोड़ होंगे जी। ठीक है, क्योंकि सारी चीज़ आप घूमे हैं तो तिने चीज़ा की है जी ऐड हो जाएगियाँ। तो देखो तिने साइडां की है ऐड हो जाएगियाँ, तो एल्शियम लै लो जी, तो 12 एल्शियम लै लो। ठीक है, क्योंकि 2 3 ते 4 12 तिना ते डिवाइड है, तो सॉल्व करके की आ जाऊगा जी ये 6 आ जाऊगा, ये कितना आ जाऊगा 4 आ जाऊगा, ये कितना आ जाऊगा जी 3 आ जाऊगा। ठीक है जी, तो साढ़े अकॉर्डिंग पैरामीटर कितना जी 13 है, वो अकॉर्डिंग कितना जी 104। एक की वैल्यू कितनी आ गई जी 8 आ गई। ठीक है जी, तो उन्हें की पूछा लॉन्गेस्ट साइड, तो लॉन्गेस्ट साइड कि 6 है, तो 8 6 कितने होंगे जी 48 होंगे। बी ऑप्शन इसका सही आंसर है। जे पेपर च पूछ लेंदा भी सारे नालों शॉर्टेस्ट साइज़ है जोड़ा साइड का वो किहड़ा जी 8 × 24 3 है जी, तो 3 की है जी असीं 8 नाल मल्टीप्लाई कर देंगे तो 24 है जोड़ा साडा आंसर होंदा, तो डिपेंड करता वो। ठीक है, उन्हें लॉन्गेस्ट पूछी सी, तो बी ऑप्शन इसका सही आंसर है। ए एंड बी देखो पार्टनरशिप का क्वेश्चन है जी, इनू सीधा सीधा ही करी चलो जी। ए तो बी दो बंदे सी, उन्होंने पार्टनरशिप स्टार्ट की कैपीटल, कैपीटल मतलब पूंजी लैके 4 ते 5 की रेशो के। ठीक है, 40 भी कर सकते हो इन्हू तुसीं। ठीक है, मतलब 40 ते 50 ना भी कर सकते हो, 400 ते 500 ना भी कर सकते हो, वो बड़ा हो जाऊगा क्योंकि 4 0 ना 0 कैंसिल हो, फिर भी 4 ते रेशो 5 ही बनना। ठीक है जी, इन्नी गल क्लीयर है। 10 महीनों का की है जी बिजनेस है, क्लीयर है जी। 3 महीनों बाद ए विदड्रू 1/4 ऑफ हिज कैपीटल। देखो जी 3 महीने तो उन्हें 4 रुपये के नाल ही बिजनेस किया, इन्नी गल तो क्लीयर है। 3 महीनों बाद उन्हें 1/4 कैपीटल है जो विदड्रू कर ली, मतलब कढ़ा ली 1/4 अमाउंट। 4 रुपये का चौथा हिस्सा कितना हो गया जी 1 रुपया हो गया, वो कढ़ा लिया उन्हें, मतलब किन्ने रुपए रह गए हुण उहदे कोल 3 रुपये रह गए जोड़े कि 7 महीने उन्हें चलाने ने। ठीक है जी, बी ने भी 3 महीनों बाद की किया जी 3 महीने तो 5 रुपये चलाए, पर 3 महीनों बाद उन्हें की किया जी 1/5 जी पूंजी आपकी पैसा वो कढ़ लिया, मतलब 5 का एक हिस्सा कढ़ लिया। 4 रुपये जोड़े उन्हें 7 महीने जोड़े वो चलाए ने। ठीक है जी, 4 × 3 = 12
प्लस 7 ते 21, ठीक है। हुण इहनूं सॉल्व कर लो, 5 ते 15 प्लस 28, तो यह आ गया जी 33, ये आ गया जी तुहाडा 43, ठीक है जी। हुण साडे अकॉर्डिंग टोटल प्रॉफिट कितना है जी, गेन है जिहड़ा वो कितना है जी 76 है। जो 33 ते 43 नूं जोड़ोगे 76 हो जाऊगा। ਉਹਦੇ अकॉर्डिंग कितना है जी 760, एक की वैल्यू कितनी आ गई 10 आ गई। इन्नी गल क्लीयर है जी। एक की वैल्यू कितनी आ गई 10 आ गई। उन्हें की पूछे जी एज शेयर, ए का शेयर कितना आ गया जी, तो ए दी जिहड़ा शेयर सीगा वो सीगा 33, तो 33 गुणा 10 330, ए ऑप्शन इसदा सही आंसर है। जे वो 20 का पुछ लैंदा तो 43 गुणा की हो जाता जी 10 हो जाता, ठीक है जी। तो 430 आ जाता। तो ध्यान रखियो जो भी पूछा वो तुसीं की करना जी जवाब दे देना। A and B together can do a piece of work in 30 days। A ਤੇ B है जी दोने की है 30 ਦਿਨਾਂ ਦੇ ਵਿੱਚ ਕੀ ਹੈ ਕੰਮ ਕਰ ਦਿੰਦੇ ਨੇ, ठीक है। ਹੁਣ ਇੱਥੇ ਤੁਸੀਂ ਥੋੜਾ ਜਿਹਾ ਕੁਐਸਚਨ ਨੂੰ ਦੇਖੋ, A having worked for 16 days, B finishes the remaining work alone in 44 days। ਦੇਖੋ ਇੱਥੋਂ ਅਸੀਂ ਕੋਈ ਐਫੀਸ਼ੀਐਂਸੀ ਨਹੀਂ ਕੈਲਕੂਲੇਟ ਕਰ ਸਕਦੇ, ਕਿਉਂਕਿ ਅੱਗੇ ਜਿਹੜੇ ਆਪਾਂ ਕੁਐਸਚਨ ਕਰਦੇ ਆ ਉਹ 'ਚ ਮਤਲਬ ਡੇਜ਼ ਦਿੱਤੇ ਹੁੰਦੇ ਨੇ, ਅਸੀਂ ਟੋਟਲ ਵਰਕ ਅਜ਼ਿਊਮ ਕਰਕੇ ਐਫੀਸ਼ੀਐਂਸੀ ਜਿਹੜੀ ਉਹ ਕੱਢ ਲੈਂਦੇ ਹੁੰਦੇ, ਠੀਕ ਹੈ। ਪਰ ਇਹਦੇ ਵਿੱਚ ਐਫੀਸ਼ੀਐਂਸੀ ਇਸ ਤਰ੍ਹਾਂ ਨਹੀਂ ਨਿਕਲਦੀ। ਜਦੋਂ ਵੀ ਇਹੋ ਜਿਹਾ ਸਮ ਆਵੇ ਤਾਂ ਉਹਨੂੰ ਤੁਸੀਂ ਕਿਵੇਂ ਕਰਨਾ, ਟੋਟਲ ਉਹਨੇ ਡੇਜ਼ ਦਿੱਤੇ ਹੋਏ ਨੇ ਕਿ 30 ਦਿਨਾਂ ਦੇ ਵਿੱਚ A ਤੇ B ਇਹ ਕੰਮ ਹੈ ਜਿਹੜਾ ਉਹ ਕਰ ਦਿੰਦੇ ਨੇ, ਠੀਕ ਹੈ। ਜਿੰਨੇ ਦਿਨਾਂ ਦੇ ਵਿੱਚ A ਤੇ B ਕੰਮ ਕਰ ਦਿੰਦੇ ਨੇ ਤਾਂ ਓਨਾ ਹੀ ਤੁਸੀਂ ਕੀ ਹੈ ਜੀ ਟੋਟਲ ਵਰਕ ਮੰਨ ਲਓ। A ਤੇ B ਦਾ ਵਰਕ ਕਿੰਨਾ ਆ ਗਿਆ ਜੀ 30 ਆ ਗਿਆ, ਤਾਂ ਤੁਸੀਂ ਟੋਟਲ ਵਰਕ ਵੀ ਕਿੰਨਾ ਅਜ਼ਿਊਮ ਕਰਨਾ ਹੈ कि टोटल वर्क 30 है, ठीक है जी। टोटल वर्क भी कितना है 30 है। इन्नी गल क्लीयर है जी। जे 30 काम करन लई 30 काम करन दे लई A ते B 30 दिन लैंदे ने तां A ते B दी एक दिन दी एफिशिएंसी दोनों दी कितनी हो गई, इक्को ही हुई। इन्नी गल क्लीयर है। 30 काम करन दे लई 30 दिन लैंदे ने A ते B, तां मतलब एक दिन दी एफिशिएंसी दोनों दी कितनी होगी जी, एक होगी। इन्नी गल क्लीयर है जी। उस तो बाद हुण उन्हें क्या है जी ए हैविंग वर्कड फॉर 16 डेज। इत्थों तुसीं की कर सकते हो, ਜਦੋਂ ਵੀ ਇਹੋ ਜਿਹਾ ਕੁਐਸਚਨ ਬਣੇ ਤਾਂ ਦੋਨਾਂ ਤੋਂ ਹੀ ਕੰਮ ਇਕੱਠਿਆਂ ਕਰਵਾ ਲਓ, ਕੋਈ ਐਫੀਸ਼ੀਐਂਸੀ ਕੈਲਕੂਲੇਟ ਨਹੀਂ ਹੋ ਰਹੀ। ਤਾਂ ਮਤਲਬ ਇਹਨੇ ਕਿਹਾ A ਨੇ 16 ਦਿਨ ਕੰਮ ਕੀਤਾ ਤਾਂ ਤੁਸੀਂ B ਨੂੰ ਵੀ ਨਾਲ ਕੰਮ ਕਰਵਾ ਲਓ, ਠੀਕ ਹੈ ਜੀ। ਤਾਂ A ਤੇ B ਇੱਕ ਦਿਨ ਦੇ ਵਿੱਚ ਇੱਕ ਕਰਦੇ ਨੇ ਤਾਂ 16 ਦਿਨਾਂ ਦੇ ਵਿੱਚ ਕਿੰਨਾ ਕੰਮ ਕਰ ਦੇਣਗੇ ਜੀ, 1 ਗੁਣਾ 16 ਮਤਲਬ 16 ਕੰਮ ਕਰ ਦੇਣਗੇ, ਠੀਕ ਹੈ ਜੀ। ਟੋਟਲ ਕੰਮ ਕਿੰਨਾ ਸੀ 30 ਸੀ, 16 ਕੰਮ ਕਰਤਾ ਦੋਨਾਂ ਨੇ, ਠੀਕ ਹੈ, 14 ਰਹਿ ਗਿਆ, ਠੀਕ ਹੈ। ਹੁਣ ਇੱਥੇ ਇਹ ਨਾ ਸੋਚੋ ਵੀ B ਨੂੰ ਕਿਉਂ ਲੈ ਲਿਆ, B ਨੂੰ ਹੀ ਅਜ਼ਿਊਮ ਕਰਕੇ ਚੱਲੋ। ਜਿੰਨੇ ਵੀ ਇਸ ਤਰ੍ਹਾਂ ਦੇ ਕੁਐਸਚਨ ਆਉਣਗੇ ਤਾਂ ਜਦੋਂ ਐਫੀਸ਼ੀਐਂਸੀ ਨਹੀਂ ਨਿਕਲਦੀ ਤਾਂ ਤੁਸੀਂ ਕੀ ਹੈ ਜੀ B ਤੋਂ ਵੀ ਨਾਲ ਹੀ ਕੰਮ ਕਰਵਾ ਲਓ, ਠੀਕ ਹੈ, ਇਕੱਠੇ ਕੰਮ ਕਰਵਾ ਲਓ। ਤਾਂ 16 ਕੰਮ ਕਰਤਾ, 14 ਕੰਮ ਰਹਿ ਗਿਆ, ਠੀਕ ਹੈ ਜੀ। ਤਾਂ ਜਿਹੜਾ ਉਦੋਂ ਬਾਅਦ ਦੇਖੋ B ਫਿਨਿਸ਼ਿਸ ਦਾ ਰਿਮੇਨਿੰਗ ਵਰਕ ਇਨ 44 ਡੇਜ਼, ਠੀਕ ਹੈ। ਇਹਦੇ ਅਕੋਰਡਿੰਗ 44 ਦਿਨਾਂ ਦੇ ਵਿੱਚ B ਰਿਮੇਨਿੰਗ ਵਰਕ ਕਰਦਾ, ਪਰ B ਨੇ ਤਾਂ A ਦੇ ਨਾਲ ਮਿਲ ਕੇ ਵੀ 16 ਦਿਨ ਕੰਮ ਕਰ ਲਿਆ ਨਾ। ਇੰਨੀ ਗੱਲ ਕਲੀਅਰ ਹੈ। ਤਾਂ B ਨੇ 16 ਕੰਮ ਕਰ ਚੁੱਕਿਆ, 16 ਦਿਨ ਕੰਮ ਕਰ ਚੁੱਕਿਆ B, ਤਾਂ ਠੀਕ ਹੈ 16 ਦਿਨ ਕੰਮ ਕਰ ਚੁੱਕਿਆ। ਤਾਂ B ਦੇ ਦਿਨ ਕਿੰਨੇ ਰਹਿ ਗਏ ਜੀ 28 ਡੇ। ਹੁਣ ਤੁਹਾਨੂੰ ਪਤਾ ਹੈ ਜੀ ਜਿਹੜੀ ਐਫੀਸ਼ੀਐਂਸੀ ਤੁਹਾਡੀ ਕੈਲਕੂਲੇਟ ਹੁੰਦੀ ਹੈ ਉਹ ਕਾਹਦੇ ਤੋਂ ਹੁੰਦੀ ਹੈ ਜੀ, ਵਰਕ ਅਪੋਨ ਡੇਜ਼। ਇੰਨੀ ਗੱਲ ਕਲੀਅਰ ਹੈ ਜੀ। ਤਾਂ ਇੱਥੇ ਦੇਖੋ ਹੁਣ ਕੰਮ ਰਹਿ ਕਿੰਨਾ ਗਿਆ 14, ਡੇ ਕਿੰਨੇ ਲੈ ਰਿਹਾ B 28, ਤਾਂ B ਦੀ ਜਿਹੜੀ ਐਫੀਸ਼ੀਐਂਸੀ ਕਿੰਨੀ ਆ ਗਈ 1/2 ਆ ਗਈ, ਠੀਕ ਹੈ ਜੀ। B ਦੀ ਐਫੀਸ਼ੀਐਂਸੀ ਕਿੰਨੀ ਆ ਗਈ 1/2, ਠੀਕ ਹੈ ਜੀ। ਧਿਆਨ ਰੱਖਿਓ। ਤੇ A ਦੀ ਕਿੰਨੀ ਆ ਗਈ, ਕਿਉਂਕਿ ਟੋਟਲ ਐਫੀਸ਼ੀਐਂਸੀ ਕਿੰਨੀ ਸੀ 1 ਸੀ, ਤਾਂ A ਦੀ ਵੀ ਓਬਵੀਅਸ ਹੈ ਜੀ ਜਿਹੜੀ ਉਹ 1/2 ਹੈ ਜਿਹੜੀ ਐਫੀਸ਼ੀਐਂਸੀ ਹੋਊ, ਠੀਕ ਹੈ। ਤਾਂ ਦੋਨਾਂ ਦੀ ਐਫੀਸ਼ੀਐਂਸੀ ਕੀ ਹੈ ਜੀ ਅੱਧਾ ਅੱਧਾ ਜੀ, ਠੀਕ ਹੈ। ਤਾਂ ਹੁਣ ਉਹਨੇ ਪੁੱਛਿਆ ਜੀ B ਜੇ ਅਲੋਨ ਕੰਮ ਕਰੇ ਤਾਂ ਉਹ ਕਿੰਨਾ ਸਮਾਂ ਲਊ, ਤਾਂ ਟੋਟਲ ਵਰਕ ਕਿੰਨਾ ਹੈ 30 ਹੈ। B ਨੇ ਅਲੋਨ 1/2 ਦੀ ਐਫੀਸ਼ੀਐਂਸੀ ਦੇ ਨਾਲ ਕੰਮ ਕਰਨਾ ਹੈ, ਮਤਲਬ 30 ਗੁਣਾ 2 60 ਡੇਜ਼ ਦੇ ਵਿੱਚ ਕੀ ਹੈ ਜੀ B ਹੈ ਜਿਹੜਾ ਉਹ ਇਕੱਲਾ ਕੰਮ ਕਰ ਦੂਗਾ। ਤਾਂ B ਆਪਸ਼ਨ ਇਹਦਾ C ਆਪਸ਼ਨ ਇਹਦਾ ਕੀ ਹੈ ਜੀ ਸਹੀ ਆਨਸਰ ਹੈ, ਠੀਕ ਹੈ ਜੀ। ਧਿਆਨ ਰੱਖਿਓ ਜਦੋਂ ਵੀ ਇਹੋ ਜਿਹਾ ਕੁਐਸਚਨ ਬਣੇ ਤਾਂ ਜਦੋਂ ਵੀ A ਦਾ ਕਹਿਤਾ ਉਹਨੇ ਵੀ A 16 ਦਿਨਾਂ 'ਚ ਕਰਦਾ ਤਾਂ B ਤੋਂ ਵੀ ਨਾਲ ਕਰਵਾ ਲਓ। ਹੋਰ ਕੋਈ ਇਹਦੇ ਬਾਰੇ ਕੀ ਹੈ ਜੀ ਇਹ ਕੁਐਸਚਨ ਕਰਨ ਦੀ ਕੋਈ ਉਹ ਨਹੀਂ ਹੈਗਾ, ਟ੍ਰਿਕ ਨਹੀਂ ਹੈਗਾ, ਠੀਕ ਹੈ। ਬਸ ਇਸ ਤਰ੍ਹਾਂ ਇਹਦੇ ਨਾਲ ਦੇ 2-3 ਕੁਐਸਚਨ ਤੁਸੀਂ ਜਿਹੜੇ ਕਰ ਲਓ ਤਾਂ ਵਧੀਆ ਰਹੂਗਾ। 2 ਪਾਈਪਸ A ਐਂਡ B ਕੈਨ ਫਿਲ ਅ ਟੈਂਕ ਇਨ 12 ਮਿੰਟਸ। ਦੇਖੋ ਜੀ ਹੁਣ ਇਹਦੇ ਵਿੱਚ ਕੀ ਹੈ ਜੀ ਦੋ ਕੀ ਨੇ ਪਾਈਪ ਨੇ ਜੀ
ਜਿਹੜੇ ਕਿ ਟੈਂਕ ਨੂੰ ਫਿਲ ਕਰਦੇ ਨੇ 12 ਮਿੰਟਾਂ ਦੇ ਵਿੱਚ ਤੇ 15 ਮਿੰਟ। ਠੀਕ ਹੈ, ਤਾਂ ਤੁਸੀਂ ਕੀ ਲਓ ਜੀ, ਐਲਸੀਐਮ ਲਓ, ਕਿੰਨਾ ਆ ਗਿਆ 60 ਆ ਗਿਆ। ਏ ਦੀ ਐਫੀਸ਼ੀਐਂਸੀ 1 ਮਿੰਟ ਦੀ ਕਿੰਨੀ ਆ ਗਈ 5, ਬੀ ਦੀ ਕਿੰਨੀ ਆ ਗਈ 4। ਠੀਕ ਹੈ ਜੀ, ਇੱਥੋਂ ਕਲੀਅਰ ਹੈ। ਦੋਨਾਂ ਪਾਈਪਾਂ ਨੂੰ ਕੀ ਹੈ ਜੀ ਇਕੱਠਿਆਂ ਛੱਡਿਆ ਐਂਡ ਦਾ ਟੈਪ ਏ ਇਜ਼ ਕਲੋਜ਼ਡ ਆਫਟਰ 3 ਮਿੰਟਸ। ਦੇਖੋ ਦੋਨਾਂ ਨੂੰ ਇਕੱਠੇ ਛੱਡਿਆ ਜੀ ਪਾਈਪਾਂ ਨੂੰ, ਪਰ ਏ ਜਿਹੜੀ ਪਾਈਪ ਆ ਉਹ ਕਲੋਜ਼ ਕਰ ਦਿੱਤੀ ਜਾਂਦੀ ਹੈ 3 ਮਿੰਟਾਂ ਬਾਅਦ। 3 ਮਿੰਟਾਂ ਬਾਅਦ ਕਲੋਜ਼ ਕੀਤੀ ਜਾਂਦੀ ਹੈ, ਮਤਲਬ ਕੀ ਹੈ 3 ਮਿੰਟ ਤਾਂ ਉਹਨਾਂ ਨੇ ਇਕੱਠਿਆਂ ਨੇ ਕੰਮ ਕੀਤਾ ਤਾਂ 1 ਮਿੰਟ ਦੇ ਵਿੱਚ ਦੋਨੇ ਇਕੱਠੇ ਮਿਲ ਕੇ ਕਿੰਨਾ ਕੰਮ ਕਰਦੇ ਨੇ 9 ਕਰਦੇ ਨੇ। 3 ਮਿੰਟਾਂ ਦੇ ਵਿੱਚ ਕਿੰਨਾ ਕਰ ਜਾਣਗੇ 27 ਕਰ ਜਾਣਗੇ। 27 ਲੀਟਰ ਹੈ ਜਿਹੜਾ ਟੈਂਕ ਉਹ ਭਰ ਜਾਣਗੇ। ਠੀਕ ਹੈ ਜੀ, 60 ਦੇ ਵਿੱਚੋਂ 27 ਜਿਹੜਾ ਕੰਮ ਹੈ ਜਿਹੜਾ ਜਾਂ ਟੈਂਕ ਹੈ ਉਹ ਭਰ ਚੁੱਕਿਆ ਹੈ। ਰਹਿ ਕਿੰਨਾ ਗਿਆ ਜੀ 33 ਰਹਿ ਗਿਆ। ਇੰਨੀ ਗੱਲ ਕਲੀਅਰ ਹੈ ਜੀ। ਰਿਮੇਨਿੰਗ ਜਿਹੜਾ ਰਹਿ ਗਿਆ ਟੈਂਕ ਉਹ ਕਿੰਨਾ ਰਹਿ ਗਿਆ 33 ਰਹਿ ਗਿਆ। ਠੀਕ ਹੈ ਜੀ, ਦੈਨ ਹਾਊ ਮੱਚ ਮੋਰ ਟਾਈਮ ਵਿਲ ਇਟ ਟੇਕ ਟੂ ਫਿਲ ਦਾ ਟੈਂਕ ਬਾਈ ਟੈਪ ਬੀ। ਤਾਂ ਬੀ ਨੂੰ ਭਰਨ ਦੇ ਲਈ ਹੋਰ ਕਿੰਨਾ ਸਮਾਂ ਲੱਗੂਗਾ, ਇਹ ਕੁਐਸਚਨ ਪੁੱਛਿਆ ਉਹਨੇ। ਤਾਂ ਬੀ ਦੀ ਐਫੀਸ਼ੀਐਂਸੀ ਕਿੰਨੀ ਹੈ ਜੀ 4 ਹੈ। ਤਾਂ ਇਹਨੂੰ ਜਦੋਂ ਸੋਲਵ ਕਰੋਗੇ 8 ਚੌਕ 32 ਪਲੱਸ 1 33/4। ਠੀਕ ਹੈ, ਤਾਂ ਸਕਿੰਟਾਂ ਦੇ ਵਿੱਚ ਆਪਸ਼ਨਾਂ ਦਿਖ ਰਹੀਆਂ ਨੇ ਤੁਹਾਨੂੰ, ਸਕਿੰਟ ਸਕਿੰਟ ਸਕਿੰਟ। ਠੀਕ ਹੈ ਜੀ, ਤਾਂ 60 ਨਾਲ ਕੀ ਹੈ ਜੀ ਗੁਣਾ ਕਰ ਦਿਓ ਤੇ 15 ਆ ਜਾਊਗਾ ਜੀ ਕੈਂਸਲ ਕਰਕੇ। 8 ਮਿੰਟ 15 ਸਕਿੰਟ ਹੈ ਜਿਹੜੇ ਬੀ ਨੂੰ ਹੋਰ ਲੱਗ ਜਾਣਗੇ। ਡੀ ਆਪਸ਼ਨ ਇਹਦਾ ਸਹੀ ਆਨਸਰ ਹੈ ਜੀ। ਠੀਕ ਹੈ, ਡੀ ਆਪਸ਼ਨ ਸਹੀ ਆਨਸਰ ਹੈ। ਜੋ ਟੋਟਲ ਸਮਾਂ ਪੁੱਛ ਲੈਂਦਾ ਵੀ ਕਿੰਨਾ ਸਮਾਂ ਲੱਗਿਆ, ਤਾਂ ਫਿਰ ਕੀ ਕਹਿੰਦੇ ਤੁਸੀਂ 8 ਮਿੰਟ 15 ਸਕਿੰਟ ਆਹ ਵਾਲੇ ਤੇ 3 ਮਿੰਟ ਜਿਹੜੇ ਆਹ ਲੱਗੇ ਨੇ ਇਹ ਵਾਲੇ। ਠੀਕ ਹੈ ਜੀ, ਤਾਂ ਟੋਟਲ ਸਮਾਂ ਪੁੱਛ ਲੈਂਦਾ ਫਿਰ ਆਨਸਰ ਕੁਛ ਹੋਰ ਆਉਣਾ ਸੀ। ਹੁਣ ਇਹਨੇ ਬੀ ਦਾ ਪੁੱਛਿਆ ਵੀ ਇਹਨੂੰ ਕਿੰਨਾ ਵੱਧ ਸਮਾਂ ਦੋ। ਇਹ ਸਰਟਨ ਡਿਸਟੈਂਸ ਇਜ਼ ਕਵਰਡ ਬਾਈ ਸਾਈਕਲਿਸਟ ਐਟ ਅ ਸਰਟਨ ਸਪੀਡ। ਦੇਖੋ ਜੀ, ਇਫ ਆ ਜੋਗਰ ਕਵਰਸ ਹਾਫ ਦਾ ਡਿਸਟੈਂਸ ਇਨ ਡਬਲ ਦਾ ਟਾਈਮ। ਸਿੰਪਲ ਤਰੀਕਾ ਜੀ, ਦੋ ਬੰਦੇ ਨੇ ਜੀ, ਇੱਕ ਤਾਂ ਹੈਗਾ ਜੀ ਸਾਈਕਲਿਸਟ, ਠੀਕ ਹੈ, ਇੱਕ ਹੈਗਾ ਜੀ ਜੋਗਰ। ਇੱਕ ਤੁਹਾਡਾ ਮਤਲਬ ਸਾਈਕਲ 'ਤੇ ਸਵਾਰ ਹੈ, ਇੱਕ ਕੀ ਹੈ ਜੀ ਜੋਗਿੰਗ ਕਰ ਰਿਹਾ। ਠੀਕ ਹੈ, ਤਾਂ ਉਹਦੀਆਂ ਦੋ ਕੰਡੀਸ਼ਨਾਂ ਦਿੱਤੀਆਂ ਹੋਈਆਂ ਨੇ। ਕਿਵੇਂ ਦਿੱਤੀਆਂ ਹੋਈਆਂ ਨੇ, ਇਹ ਸਰਟਨ ਡਿਸਟੈਂਸ ਇਜ਼ ਕਵਰਡ ਬਾਈ ਸਾਈਕਲਿਸਟ। ਜਦੋਂ ਸਾਈਕਲਿਸਟ ਕੀ ਹੈ ਜੀ ਡਿਸਟੈਂਸ, ਕੋਈ ਵੀ ਡਿਸਟੈਂਸ ਹੈ, ਮੰਨ ਲਿਆ ਮੈਂ ਐਕਸ ਡਿਸਟੈਂਸ ਹੈ, ਸਾਈਕਲਿਸਟ ਐਕਸ ਡਿਸਟੈਂਸ ਨੂੰ ਕਿਸੇ ਸਰਟਨ ਸਪੀਡ ਤੇ ਕਿਸੇ ਸਰਟਨ ਟਾਈਮ ਲੈਂਦਾ, ਮੰਨ ਲਓ ਟੀ ਟਾਈਮ ਲੈਂਦਾ। ਠੀਕ ਹੈ ਜੀ, ਬਟ ਜੋਗਰ ਹੈ ਜਿਹੜਾ ਉਹਦੀ ਸਪੀਡ ਕੀ ਹੈ ਜੀ, ਇਫ ਅ ਜੋਗਰ ਕਵਰਸ ਹਾਫ ਦਾ ਡਿਸਟੈਂਸ। ਡਿਸਟੈਂਸ ਕਿੰਨਾ ਕਰਦਾ ਕਵਰ, ਹਾਫ ਕਰਦਾ, ਮਤਲਬ x/2 ਕਰਦਾ ਇਨ ਡਬਲ ਦਾ ਟਾਈਮ। ਜੇ ਉਹ ਟੀ ਲੈਂਦਾ ਤਾਂ ਇਹ ਕਿੰਨਾ ਲੈਂਦਾ ਜੀ 2t ਲੈਂਦਾ। ਠੀਕ ਹੈ ਜੀ, x/2 ਤਾਂ 2t/1 ਹੈ ਤਾਂ ਕਿੰਨਾ ਹੋ ਜਾਊਗਾ ਇਹ 1/2t। ਠੀਕ ਹੈ ਜੀ, ਤਾਂ ਇਹ ਹੋ ਜਾਊਗਾ x/4t। ਇਹਨੇ ਕੀ ਪੁੱਛਿਆ ਜੀ, ਦ ਰੇਸ਼ੀਓ ਆਫ ਸਪੀਡ ਆਫ ਜੋਗਰ ਟੂ ਦੈਟ ਆਫ ਦਾ ਸਾਈਕਲਿਸਟ। ਸਪੀਡ ਆਫ ਜੋਗਰ ਤੇ ਸਪੀਡ ਆਫ ਸਾਈਕਲਿਸਟ ਦੀ ਕੀ ਹੈ ਜੀ, ਤੁਸੀਂ ਰੇਸ਼ੋ ਫਾਈਂਡ ਕਰਨੀ ਹੈ ਜੀ। ਸਪੀਡ ਆਫ ਜੋਗਰ ਕਿੰਨੀ ਹੈ ਜੀ, x/4t ਹੈ। ਠੀਕ ਹੈ ਜੀ, x/4t ਹੈ। ਸਪੀਡ ਆਫ ਸਾਈਕਲਿਸਟ ਕਿੰਨੀ ਹੈ, x/t ਹੈ। ਇੰਨੀ ਗੱਲ ਕਲੀਅਰ ਹੈ ਜੀ। ਤਾਂ ਇਹਨੂੰ ਇਹ ਤੋਂ ਬਾਅਦ ਕੀ ਹੈ ਜੀ ਉਲਟਾ ਲਓ। ਇਹ ਸਮਾਂ ਜਿਹੜਾ ਮੈਨੂੰ ਕਰਨ ਦੇ ਵਿੱਚ ਲੱਗ ਰਿਹਾ, ਤੁਸੀਂ ਤਾਂ ਸਿਰਫ ਕੀ ਹੈ ਜੀ ਸਿੰਪਲ ਆਪਦਾ ਇੰਨਾ ਲੋਡ ਹੀ ਨਹੀਂ ਕਰਨ ਦੀ। ਠੀਕ ਹੈ, ਕੈਂਸਲ ਹੋ ਜਾਊਗਾ ਸਿੱਧਾ, t/x ਹੋ ਜਾਊਗਾ। ਟੀ ਨਾਲ ਟੀ ਕੈਂਸਲ ਹੋ ਗਿਆ, x ਨਾਲ x ਕੈਂਸਲ ਹੋ ਗਿਆ, ਤਾਂ 1/4 ਹੈ ਜਿਹੜਾ ਉਹ ਇਹਦਾ ਸਹੀ ਆਨਸਰ ਹੈ ਜੀ। ਸੀ ਆਪਸ਼ਨ ਇਹਦਾ ਸਹੀ ਆਨਸਰ ਹੈ। 4:1 ਵੀ ਦਿੱਤਾ ਹੋਇਆ, ਤੁਸੀਂ ਧਿਆਨ ਰੱਖਿਓ ਕਿਤੇ ਬਾਈ ਮਿਸਟੇਕ ਕਾਲੀ ਕਾਲੀ ਦੇ ਵਿੱਚ ਜਾਂ ਕੋਈ ਮਾੜੀ ਮੋਟੀ ਕੈਲਕੂਲੇਸ਼ਨ ਉਰਾਂ ਪਰਾਂ ਹੋ ਗਈ ਤਾਂ ਨਾਲ ਦੀ ਨਾਲ ਕੁਐਸਚਨ ਹੈ ਜਿਹੜਾ ਤੁਹਾਡਾ ਗਲਤ ਹੋ ਜਾਊਗਾ। ਠੀਕ ਹੈ, ਤਾਂ ਉਹ ਐਗਜ਼ਾਮੀਨਰ ਨੂੰ ਪਤਾ ਹੁੰਦਾ ਵੀ ਉਹਨੇ ਬੱਚੇ ਨੇ ਕਿੱਥੇ ਗਲਤੀ ਕਰਨੀ ਹੈ। ਠੀਕ ਹੈ ਜੀ, ਸੀ ਆਪਸ਼ਨ ਇਹਦਾ ਸਹੀ ਆਨਸਰ ਹੈ ਜੀ। ਇਹ ਟ੍ਰੇਨ ਆਫ ਲੈਂਥ 150 ਮੀਟਰਸ ਟੇਕ 40.5 ਸੈਕਿੰਡਸ ਟੂ ਕ੍ਰਾਸ ਅ ਟਨਲ ਆਫ ਲੈਂਥ 300 ਮੀਟਰ। ਦੇਖੋ ਜੀ, ਜਦੋਂ ਦੋ ਟ੍ਰੇਨਾਂ ਆਮੋ ਸਾਹਮਣੇ ਆਉਂਦੀਆਂ ਹੋਣ, ਉਲਟ ਦਿਸ਼ਾਵਾਂ ਵੱਲ ਆਉਂਦੀਆਂ ਨੇ, ਤਾਂ ਸਪੀਡ ਕੀ ਹੋ ਜਾਂਦੀ ਹੈ, ਹਮੇਸ਼ਾ ਐਡ ਹੋ ਜਾਂਦੀ ਹੈ। ਠੀਕ ਹੈ, ਤੇ ਜਦੋਂ ਇੱਕ ਸਾਈਡ ਦੇ ਵੱਲ ਜਾ ਰਹੀਆਂ ਹੋਣ ਤਾਂ ਸਪੀਡ ਕੀ ਹੋ ਜਾਂਦੀ ਹੈ ਜੀ, ਸਬਟਰੈਕਟ ਹੋ ਜਾਂਦੀ ਹੈ। ਇੰਨੀ ਗੱਲ ਕਲੀਅਰ ਹੈ ਜੀ। ਡਿਸਟੈਂਸ ਹੈ ਜਿਹੜਾ ਦੋਨਾਂ ਦੇ ਵਾਰ, ਦੇਖੋ ਜਦੋਂ ਵੀ ਕੀ ਆ ਕਿਸੇ ਟ੍ਰੇਨ ਹੈ ਜਿਹੜੀ ਟਨਲ ਨੂੰ ਕ੍ਰਾਸ ਕਰਦੀ ਹੈ, ਕਿਸੇ ਵੀ ਦੂਜੀ ਟ੍ਰੇਨ ਨੂੰ ਕ੍ਰਾਸ ਕਰਦੀ ਹੈ, ਤਾਂ ਡਿਸਟੈਂਸ ਹੈ ਜਿਹੜਾ ਹਮੇਸ਼ਾ ਜਾਂ ਲੈਂਥ ਹੈ ਦੋਨਾਂ ਦੀ ਐਡ ਹੋ ਜੂਗੀ। ਠੀਕ ਹੈ ਜੀ, ਇੰਨੀ ਗੱਲ ਧਿਆਨ ਦੇ ਵਿੱਚ ਰੱਖਣੀ ਹੈ। ਤਾਂ ਸਪੀਡ ਕੀ ਹੈ ਜੀ, ਕੀ ਹੁੰਦੀ ਹੈ ਜੀ, ਲੈਂਥ ਅਪੋਨ ਟਾਈਮ ਹੁੰਦੀ ਹੈ। ਤਾਂ ਟ੍ਰੇਨ ਦੀ ਲੈਂਥ ਕਿੰਨੀ ਹੈ, 150 ਹੈ।
टनल की लेंथ कितनी है जी 300 है। ठीक है, टाइम कितना आ गया जी 40.5 सैकेंड आ गया। इन्नी गल क्लीयर है जी। तो इन्हू सॉल्व करो 450 बटा 40.5 मतलब 405 बटा 10 है तो कितना हो जाऊगा 10 बटा 405। इन्नी गल क्लीयर है जी। हुण जिहड़ा यह समा दिता होया जिहड़ा आपां कढिया ये काच कढिया होया जी मीटर पर सैकेंड दे विच कढिया होया, बट आपां इहनूं की चेंज करना है जी किलोमीटर पर आवर दे विच। तो तुसीं की करोगे जी 18 बटा 5 नाल गुणा कर दोगे। ठीक है जी, तो इहनूं कैंसल करो जी 81 5 405 ये आ जाऊगा जी 90। ठीक है जी, इत्थे लियाओ इनू 10 9 90 9 9 81 गुणा 10 गुणा 18 बटा 5। ठीक है, 9 दूनी 18 आ जाऊगा जी, 5 दूनी 10 तो 10 दूना 20 ते 2 40 आ गया जी। सी ऑप्शन इसका सही आंसर है। ठीक है जी, ये कैलकुलेशन के इत्थे टाइम लगता, तुसीं नहीं लाउणा हैगा। ठीक है जी। A man rows downstream 32 kilometer and upstream 14 kilometer. If he takes 6 hours to cover each distance, then the velocity of current ਹੋਵੇ ਵਾਟਰ ਹੋਵੇ, ਠੀਕ ਹੈ ਇੱਕੋ ਹੀ ਗੱਲ ਹੁੰਦੀ ਹੈ। ਤਾਂ ਆਪਾਂ ਕੀ ਕੱਢਣਾ ਹੈ ਸਪੀਡ ਆਫ ਕਰੰਟ, ਮਤਲਬ ਵੈਲੋਸਿਟੀ ਲਿਖਦੇ ਜਾਂ ਸਪੀਡ ਲਿਖਦੇ ਕੋਈ ਫਰਕ ਵਾਲੀ ਗੱਲ ਨਹੀਂ ਹੈਗੀ। ਸਪੀਡ ਆਫ ਕਰੰਟ ਜਾਂ ਵਾਟਰ ਕੀ ਹੁੰਦਾ ਜੀ ਡਾਊਨ ਸਟਰੀਮ ਮਾਈਨਸ ਅਪ ਸਟਰੀਮ ਦੀ ਜਿਹੜੀ ਸਪੀਡ ਹੈ अपॉन 2। ठीक है जी, हूँ ये सानू की है डिस्टेंस दिता होया स्पीड नहीं दी हुई, तो आपको की है जी स्पीड कढ़ने वास्ते की लाना वो ही फार्मूला स्पीड इक्वल टू डिस्टेंस अपॉन टाइम। ठीक है, डाउन स्ट्रीम के की है जी उन्होंने डिस्टेंस कितना जाता है 32 किलोमीटर जाता है, तो समा कितना लगता जी 6। जोड़ा टाइम है वो अप स्ट्रीम तो डाउन स्ट्रीम वेले दोनों वेले की है जी सेम है। अप स्ट्रीम कितना जाता जी 14 बटा 6। इन्नी गल क्लीयर है जी। तो पुट कर दो बस फार्मूले के डाउन स्ट्रीम की स्पीड कितनी आ गई 32 बटा 6, अप स्ट्रीम की स्पीड कितनी आ गई 14 बटा 6 बटा की आ गया जी तुहाडा 2 आ गया। इन्नी गल क्लीयर है जी। 6 32 माइनस 14 तो है 2 बटा 1 है तो थले हो जाऊगा जी 1 बटा 2। ठीक है, ये रह जू 18 बटा 6 गुणा 2 6 ती 18 2 एकम तो जी भी ऑप्शन बन गई जो 3 बटा 2 आ जाता 3 बटा 2 आ जाता जी। हूँ इन्हें ऑप्शन 3 बटा 2 है जोड़ा ऑप्शन च नहीं है, ऑप्शन च एक सही 1 बटा 2 है। तो ठीक है, वो तुम ध्यान रखना सी ऑप्शन इसका सही आंसर है। ये जोड़ा चैप्टर है डाउन स्ट्रीम अप स्ट्रीम वाला बोट स्ट्रीम वाला जी, ये सिर्फ तो सिर्फ 4 फार्मूलिया से की है जी डिपेंडेंट है। ठीक है जी। An amount of 1 lakh is invested in 2 types of shares. The first yields an interest of 9% and the second 11% if the total interest at the end of 1 year। देखो जी सिंपल की है इनू इन्हें की कहा एक ना लख 1 लाख रुपया हैगा जी। ठीक है, मैं मान लो मेरे को 1 लाख रुपया है, मैं वो की करदा जी ब्याज ते दिना। ठीक है, तोड़ के देना मतलब मैं 40,000 रुपया की है किसी होर नूं दिता तो 60,000 रुपया जिहड़ा वो किसी होर नूं दिता। जिहड़ा 40,000 रुपया सीगा जिहड़ा वो मैं 9% की रेट नाल दिता ब्याज लाया, जिहड़ा 60,000 रुपया सीगा जी वो मैं 11% की है दर दे नाल ब्याज लाया। ठीक है, तो टोटल इंटरस्ट आया जिहड़ा एंड दे विच ਲੱਖ रुपए का वो 9 सही 3/4 है। ठीक है जी, तेनों करने का तरीका की है सिंपल इंटरस्ट का फार्मूला की होंगे जी। देखो पहली गल तो की है मैं मनूंगा एक प्रिंसीपल मेरा एक्स है तो दूजा ओबीएस है जोड़ा वो 1 लाख माइनस एक्स आऊगा। ठीक है, तो दो जोड़े प्रिंसीपल्स ने मैं तोड़ के दिते ने। तो देखो जी 1 लाख माइनस एक्स तो मैं कितनी रेशो दी मान लो मैं 9% दी। ठीक है, 1 साल का ब्याज है तो 1 साल देखने की लोड़ नहीं हैगी। तो जोड़ा एक्स से मैं होते जी 11% ते वटा 100। ठीक है जी, इन्नी गल क्लीयर है। तो टोटल जोड़ा सिंपल इंटरस्ट सीगा 1 लाख का वो सीगा जी तुहाडा 39/4 गुणा 100। क्लीयर है जी इन्नी गल।
ठीक है। आ 100 ना 100 ਇੱਥੇ ਹੀ ਤੁਸੀਂ ਕੈਂਸਲ ਕਰ ਦਿਓ ਕਿਉਂਕਿ ਐਲਸੀਐਮ ਆ ਕੇ ਕੀ ਹੈ ਜੀ ਕੈਂਸਲ ਹੋ ਜਾਊਗਾ। ਠੀਕ ਹੈ, ਤਾਂ ਇਹਨੂੰ ਸੋਲਵ ਕਰੋ ਜੀ। 9 ਲੱਖ ਮਾਈਨਸ 9x प्लस 12x 11x इक्वल टू ये आ जाऊगा जी तुहाडा 25,000। ठीक है जी, 25,000 ਨੂੰ ਤੁਸੀਂ ਕੀ ਹੈ ਜੀ 39 ਦੇ ਨਾਲ ਕੀ ਹੈ ਗੁਣਾ ਕਰਨੀ ਹੈ। 25,000 ਨੂੰ 39 ਦੇ ਨਾਲ ਗੁਣਾ ਕਰਨੀ ਹੈ ਤੁਸੀਂ, ਤਾਂ ਇਹ ਆ ਜਾਊਗਾ ਜੀ 9,75,000। ठीक है जी, 9,75,000 आ जाऊगा जी। ये आ जाऊगा जी 2x, ये आ जाऊगा जी 9,75,000 माइनस 9 लाख। तो ये बचूगा कि 75,000 बचूगा जी। तो x के थले की आ जाऊगा जी बटा 2, तो ये कट के आ जाऊगा x आ जाऊगा साडा 37,500। ठीक है जी, 37,500 आ जाऊगा। तो 37,500 ऑप्शन हाँ जी बी ऑप्शन के पिया है, तो होर किसी भी नहीं हैगा, तो बी ऑप्शन ही आ जाऊगा। तो एक जी प्रिंसीपल सीगा वो सीगा जी जिहड़ा साडा 62,500 सीगा। ठीक है, तो दूजा कितना जी 37,500। ठीक है, क्योंकि जो 1 ਲੱਖ ਦੇ ਵਿੱਚੋਂ 37,500 ਘਟਾਓਗੇ ਤੁਸੀਂ ਤਾਂ ਦੂਜੀ ਜਿਹੜੀ ਪ੍ਰਿੰਸੀਪਲ ਆ ਜਾਊਗਾ ਉਹ ਸਾਡਾ 62,500 ਆ ਜਾਊਗਾ। ਠੀਕ ਹੈ ਜੀ, ਤਾਂ ਧਿਆਨ ਰੱਖਿਓ ਬੀ ਆਪਸ਼ਨ ਇਹਦਾ ਸਹੀ ਆਨਸਰ ਹੈ। If a sum on compound interest becomes 3 times in 4 years, then with the same interest rate the sum will become 27 times। देखो जी ਇਹਨੂੰ ਕਰਨ ਦਾ ਤਰੀਕਾ ਕੀ ਹੈ, ਕੰਪਾਊਂਡ ਇੰਟਰਸਟ ਦਾ ਕੁਐਸਚਨ ਹੈ। ਇਹ ਕੁਐਸਚਨ ਹੈ ਜਿਹੜਾ ਇਸ ਤਰ੍ਹਾਂ ਦਾ, ਇਹ ਸਿੰਪਲ ਇੰਟਰਸਟ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਇਹ ਕੁਐਸਚਨ ਜਿਹੜਾ ਹੈ ਕੰਪਾਊਂਡ ਇੰਟਰਸਟ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਦੇਖੋ ਜੀ ਕਹਿੰਦਾ 3 ਟਾਈਮਸ ਹੋ ਜਾਂਦੀ ਹੈ ਕੋਈ ਵੀ ਜਿਹੜੀ ਪੇਮੈਂਟ ਹੈ। ਮੰਨ ਲਓ 1 ਰੁਪਇਆ ਸੀਗਾ ਮੇਰਾ, ਉਹ 3 ਗੁਣਾ ਹੋ ਜਾਂਦਾ, ਮਤਲਬ 3 ਹੋ ਜਾਂਦਾ। 3 ਗੁਣਾ ਹੀ ਹੋਇਆ ਕਿੰਨੇ ਸਾਲਾਂ ਦੇ ਵਿੱਚ? 4 ਸਾਲਾਂ ਦੇ ਵਿੱਚ। ਠੀਕ ਹੈ ਜੀ, 4 ਈਅਰਸ ਦੇ ਵਿੱਚ। ਤੁਸੀਂ ਇਹਨੂੰ ਕਰਨਾ ਕਿਵੇਂ ਆ, 1 ਰੁਪਇਆ ਸੀਗਾ ਮੇਰਾ, ਉਹ 3 ਗੁਣਾ ਹੋ ਗਿਆ, ਮਤਲਬ 3 ਹੋ ਗਿਆ। ਠੀਕ ਹੈ ਜੀ, ਕਿੰਨੇ ਸਾਲਾਂ ਦੇ ਵਿੱਚ? 4 ਸਾਲਾਂ ਦੇ ਵਿੱਚ। ਦੈਨ ਵਿਦ ਦਾ ਸੇਮ ਇੰਟਰਸਟ ਰੇਟ ਦਾ ਸਮ ਵਿਲ ਬਿਕਮ 27 ਟਾਈਮਸ। ਕਹਿੰਦਾ ਉਹੀ ਰੇਟ ਦੇ ਨਾਲ ਇਹ 27 ਗੁਣਾ ਕਿੰਨੇ ਸਾਲਾਂ ਦੇ ਵਿੱਚ ਹੋ ਜਾਊਗਾ। ਤਾਂ ਕਿੰਨੇ ਸਾਲਾਂ ਦੇ ਵਿੱਚ ਹੋ ਜਾਊਗਾ ਜੀ, ਦੇਖੋ 4 ਸਾਲਾਂ ਦੇ ਵਿੱਚ ਕੀ ਹੈ ਜੀ ਇਹ 3 ਗੁਣਾ ਹੋ ਜਾਂਦਾ ਹੈ। 8 ਸਾਲਾਂ ਦੇ ਵਿੱਚ ਕਿੰਨਾ ਹੋ ਜਾਊਗਾ ਜੀ, 8 ਈਅਰਸ ਦੇ ਵਿੱਚ ਇਹ 3 ਗੁਣਾ 9 ਹੋ ਜਾਊਗਾ। ਠੀਕ ਹੈ, 12 ਸਾਲਾਂ ਦੇ ਵਿੱਚ ਇਹ 3 ਗੁਣਾ ਕਿੰਨਾ ਹੋ ਜਾਊਗਾ, 27 ਹੋ ਜਾਊਗਾ। ਤਾਂ ਆਪਾਂ ਨੂੰ 27 ਟਾਈਮਸ ਹੀ ਪੁੱਛਿਆ ਸੀਗਾ, ਤਾਂ ਇਹ 27 ਟਾਈਮਸ ਇੱਥੇ ਜਾ ਕੇ ਹੋ ਗਿਆ। ਤਾਂ ਕਿੰਨਾ ਸਮਾਂ ਲੱਗਿਆ ਜੀ, 12 ਸਾਲ ਲੱਗੇ। ਤਾਂ ਬੀ ਆਪਸ਼ਨ ਇਹਦਾ ਜਿਹੜਾ ਹੈ ਉਹ ਸਹੀ ਆਨਸਰ ਹੈ। ਠੀਕ ਹੈ ਜੀ, ਧਿਆਨ ਦੇ ਨਾਲ ਇਹਨੂੰ ਕਰਨਾ ਹੈ। ਇਸ ਦੇ ਨਾਲ ਰਿਲੇਟਡ ਬੁੱਕ ਦੇ ਵਿੱਚ ਤੁਹਾਡੇ ਕੋਲ ਜਿਹੜੀ ਬੁੱਕ ਤੁਸੀਂ ਪੜ੍ਹਦੇ ਹੋ ਤਾਂ ਉਹਦੇ ਵਿੱਚ ਕੀ ਕੁਐਸਚਨ ਹੋਣਗੇ, ਤਾਂ ਪ੍ਰੈਕਟਿਸ ਲਾਓ। ਜੇਕਰ ਤੁਹਾਨੂੰ ਸੈਸ਼ਨ ਜਿਹੜਾ ਵਧੀਆ ਲੱਗਿਆ ਤਾਂ ਚੈਨਲ ਨੂੰ ਸ਼ੇਅਰ ਕਰਨਾ ਨਾ ਭੁੱਲਿਓ, ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਲਾਈਕ ਦਾ ਬਟਨ ਪ੍ਰੈਸ ਕਰਨਾ ਨਾ ਭੁੱਲਿਓ। ਆਪਣੀ ਜਿਹੜੀ ਅਕੈਡਮੀ ਹੈ ਉਹ ਮਾਨਸਾ ਦੇ ਵਿੱਚ ਕੀ ਹੈ ਜੀ ਪ੍ਰੋਪਰਲੀ ਵਰਕ ਕਰ ਰਹੀ ਹੈ। ਤਾਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ।